समागम कीता सीगा उस दिन भी तुहाडे नाल ये बोल सांझे कीते सन। आशिक है जो शहादत के वो जीना छोड़ देते हैं, खिलौना समझकर जिस्म को खुशी से फोड़ देते हैं। ना तख्तों ना ताज ना होरों की हशरत, खुदा भी दे खुदाई तो वापस मोड़ देते हैं। आए उमर जीवड़े सिंह ने आ ਜਿਹੜੇ ਗਲਾਂ 'ਚ ਸਰੋਪੇ ਪਾ ਕੇ ਆਏ ਨੇ, ਜਿਨ੍ਹਾਂ ਨੂੰ ਤਖਤਾਂ ਦੀ ਤਾਜਾਂ ਦੀ ਹੂਰਾਂ ਦੀ ਹਸ਼ਰਤ ਇਹ ਕੋਈ ਇਹਨਾਂ ਨੂੰ ਖਰੀਦ ਨਹੀਂ ਸਕਦਾ, ਕੋਈ ਝੁਕਾ ਨਹੀਂ ਸਕਦਾ ਤੇ ਕੋਈ ਡਰਾ ਨਹੀਂ ਸਕਦਾ। 1 ਮਿੰਟ ਲੱਗੂਗਾ ਇੱਥੋਂ ਹੁਕਮ ਦੇਦਿਆਂ ਪਾਰ ਕਰ ਜਾਣਗੇ, ਲੱਭਣਾ ਨਹੀਂ ਕਿਸੇ ਖੜੇ ਨਹੀਂ ਜਾਣਾ ਕਿਸੇ ਨੂੰ। ਕਿਉਂਕਿ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਖਾਲਸਾ ਹੈ और ਇਹਦੀ ਕਿੰਨੀ ਕਿ ਇਹਦੇ ਚ ਫਰਤੀਲਾਪਨ ਹੈ, ਕਿੰਨਾ ਕੁ ਜੋਧਿਆਂ ਵਾਲਾ ਹੈ, ਕਿੰਨਾ ਕੁ ਭਗਤੀ ਵਾਲਾ ਹੈ, ਕਿੰਨਾ ਕੁ ਨਿਮਰਤਾ ਵਾਲਾ ਹੈ, ਕਿੰਨਾ ਕੁ ਤਪੱਸਿਆ ਵਾਲਾ ਹੈ, ਕਿੰਨਾ ਕੁ ਕਵੀਆਂ ਵਾਲਾ ਹੈ, ਕਿੰਨਾ ਕੁ ਨੀਤੀਵਾਨਾਂ ਵਾਲਾ ਹੈ। ਇੱਕ ਗੋਰਾ ਵੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਨੀਤੀ ਨੂੰ ਵੇਖ ਕੇ ਮੂੰਹ ਚੁੰਗਲਾ ਪਾਉਂਦਾ ਸੀ, ਯਾਰ ਇੱਕ ਬੰਨੇ 40 ਇੱਕ ਬੰਨੇ 10 ਲੱਖ 9 ਮਹੀਨੇ ਘੇਰਾ ਪਾ ਛੱਡਿਆ ਆਨੰਦਪੁਰ ਸਾਹਿਬ ਨੂੰ। ਕਿਸੇ ਦੀ ਹਿੰਮਤ ਨਹੀਂ ਸੀ ਕਿਲੇ 'ਚ ਵੜ ਕੇ ਫੜ ਲਓ, ਔਰ ਜੇ ਕਿਤੇ ਕਿਲੇ ਨੂੰ ਛੱਡ ਕੇ ਬਾਹਰ ਆ ਗਏ ਕਸਮਾਂ ਝੂਠੀਆਂ ਸਨ। ਬਾਹਰ ਆ ਕੇ ਵੀ ਘਿਰੇ ਹੋਏ ਤਾਰਿਆਂ ਦੀ ਛਾਂ ਥੱਲੇ ਵੀ ਫੜ ਨਾ ਸਕੇ, ਚਮਕੌਰ ਦੀ ਗੜੀ 'ਚ ਘਿਰ ਗਏ। ਮਹਾਰਾਜ ਜੀ ਉੱਥੋਂ ਤਾੜੀ ਮਾਰ ਕੇ ਨਿਕਲਦੇ ਨੇ, ਕਹਿੰਦੇ ਫੜ ਸਕਦੇ ਫੜ ਲਓ, ਕਿਸੇ ਤੋਂ ਗ੍ਰਿਫਤਾਰੀ ਨਹੀਂ ਪਾਈ ਜਾ ਸਕੀ। ਜੀ ਇਹੋ ਗੁਰੂ ਕਾ ਖਾਲਸਾ ਹੈ। ਤੇ ਬੇਨਤੀ ਕਰਦਾ ਹੈ, ਵਿਸ਼ਵਾਸ ਦਿਵਾਉਣਾ ਪ੍ਰਸ਼ਾਸਨ ਨੂੰ ਕਿ ਸਾਡਾ ਇਦਾਂ ਦਾ ਕੋਈ ਮਕਸਦ ਨਹੀਂ ਹੈ ਧੱਕੇ ਮਾਰਨੇ, ਇੱਕ ਦੂਜੇ ਦੀਆਂ ਪੱਗਾਂ ਲਾਉਣੀਆਂ ਜਾਂ ਘੋਲ ਕਰਕੇ ਅੱਗੇ ਵਧਣਾ, ਇਦਾਂ ਦਾ ਕੁਝ ਨਹੀਂ। ਜਾਵਾਂਗੇ ਦੱਸ ਕੇ ਜਾਵਾਂਗੇ, ਇਹ ਵੀ ਗੱਲ ਨਾਲ ਆ, ਜਾਵਾਂਗੇ ਦੱਸ ਕੇ ਜਾਵਾਂਗੇ। ਪਰ ਅੱਜ ਅਸੀਂ ਤੁਹਾਡੇ ਤੇ ਭਰੋਸਾ ਕਰ ਰਹੇ ਹਾਂ। ਪਿਛਲੇ ਅੱਜ ਚੌਥਾ ਦਿਨ ਹੈ, 11 ਸਿੰਘਾਂ ਦੇ ਜਥੇ ਸ਼ੁਰੂ ਕੀਤੇ ਗਏ। ਇਹ ਸਾਡਾ ਉਹ ਜਿਵੇਂ ਮਹਾਰਾਜ ਜੀ ਕਹਿੰਦੇ ਸੀ, ਉਹ ਰੰਗਜੇਬ ਕਿਰਪਾਨ ਚੁੱਕਣਾ ਮੇਰੀ ਮਜਬੂਰੀ ਤੂੰ ਬਣਾਇਆ ਏ, ਸਾਡਾ ਸ਼ੌਂਕ ਨਹੀਂ ਸੀ ਕਿਉਂਕਿ ਤੂੰ ਗੱਲ ਨਹੀਂ ਸੁਣੀ, ਧਿਆਨ ਨਹੀਂ ਦਿੱਤਾ। ਅਸੀਂ ਪ੍ਰਸ਼ਾਸਨ ਨੂੰ ਕਹਿ ਰਹੇ ਹਾਂ ਕਿ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਸਰਾਂ ਔਰ ਨਿਕਲੀਆਂ ਹੋਈਆਂ ਵਿਰਾਸਤਾਂ, ਉਹਨਾਂ ਦੀ ਛੱਡੀ ਜਾਣ ਵਾਲੀ ਜਗ੍ਹਾ, ਉਹਨੂੰ ਸਾਂਭਣ ਵਾਸਤੇ ਬਣਾਈ ਜਾਣ ਵਾਲੀ ਕਮੇਟੀ, ਉਹਦੇ ਵਿੱਚ ਸਾਡੇ ਨੁਮਾਇੰਦੇ ਪਾਏ ਜਾਣ ਤਾਂ ਜੋ ਪਤਾ ਲੱਗੇ ਕਿਹੜੀ ਕਮੇਟੀ ਨੇ ਇਹਦੀ ਸੇਵਾ ਸੰਭਾਲ ਕਰਨੀ ਹੈ, ਜਿਉਂਦਾ ਰੱਖਣਾ ਹੈ, ਕਿਹੜਾ ਰਾਹ ਦੇਣਾ ਹੈ, ਕਿੰਨੀ ਜਗ੍ਹਾ ਦੇਣੀ ਹੈ, ਕਿਹੜੇ ਪਾਸਿਓਂ ਸੰਗਤਾਂ ਦੀ ਆਵਾਜਾਈ ਲਈ ਇਸ ਜਗ੍ਹਾ ਨੂੰ ਖੋਲ੍ਹਿਆ ਜਾ ਸਕਦਾ ਹੈ, ਸੰਗਤਾਂ ਦਰਸ਼ਨ ਕਰ ਸਕਣ। ਸਾਡੀਆਂ ਪੁਰਾਣੀਆਂ ਵਿਰਾਸਤਾਂ ਨੇ। ਗੱਲ ਤਾਂ ਇੰਨੀ ਸੀ, ਗੁਰੂ ਰਾਮਦਾਸ ਸਰਾਂ ਨੂੰ ਰੋਕਣਾ। ਚਲੋ ਇੱਕ ਗੱਲ ਚੰਗੀ ਹੋਈ ਕਿ ਪ੍ਰਸ਼ਾਸਨ ਨੇ ਜੇ ਉਹ ਭੂਰੀ ਵਾਲੇ ਦੇ ਟਿੱਪਰ ਨਹੀਂ ਰੋਕੇ, ਉਹ ਉੱਥੇ ਹੱਥ ਖੜੇ ਕਰ ਗਿਆ। ਪਰ ਦੂਜੇ ਪਾਸੇ ਉਹਨੇ ਮੀਟਿੰਗਾਂ ਵਾਲਾ, ਇਕੱਤਰਤਾ ਵਾਲਾ ਜਿਹੜਾ ਪੱਲਾ ਸੀ, ਉਹ ਅੰਮ੍ਰਿਤਸਰ ਸਾਹਿਬ ਦੀ ਪੁਲਿਸ ਨੇ ਛੱਡਿਆ ਨਹੀਂ। ਚਾਹੇ ਸਾਨੂੰ ਬੁਲਾਇਆ, ਚਾਹੇ ਸ਼੍ਰੋਮਣੀ ਕਮੇਟੀ ਨੂੰ ਬੁਲਾਇਆ, ਚਾਹੇ ਉੱਥੇ ਹੋਰ ਨੁਮਾਇੰਦੇ ਵਿਰਾਸਤ ਵਿਭਾਗ ਦੇ ਬੁਲਾਏ ਗਏ, ਜਿਨ੍ਹਾਂ ਵਿੱਚੋਂ 2 ਗੱਲਾਂ ਤਾਂ ਕੱਲ ਤੱਕ ਸਾਹਮਣੇ ਆ ਗਈਆਂ ਸਨ ਕਿ ਪੁਰਾਤਨ ਵਿਰਾਸਤ ਨੂੰ ਨਹੀਂ ਛੇੜਿਆ ਜਾਊਗਾ। ਇਹ ਇੱਕ ਵੱਡੀ ਗੱਲ ਹੋਈ। ਬੋਲੇ ਸੋ ਨਿਹਾਲ। ਇੱਕ ਗੱਲ ਜ਼ਰੂਰ ਹੈ ਕਿ ਜਿੱਥੇ ਪ੍ਰਸ਼ਾਸਨ ਤੇ ਸਾਨੂੰ ਰੰਜ ਸੀ, ਇਹਨਾਂ ਭੂਰੀ ਵਾਲੇ ਦੇ ਟਿੱਪਰ ਕਿਉਂ ਨਹੀਂ ਰੋਕੇ। ਉੱਥੇ ਦੂਜੀ ਗੱਲ ਜਿਹੜੀ ਤੁਸੀਂ ਚੰਗੀ ਕੀਤੀ, ਉਹਨੂੰ ਮੈਂ ਚੰਗੀ ਵੀ ਕਹਾਂਗਾ, ਪਰ ਧੰਨਵਾਦ ਨਹੀਂ ਕਰਾਂਗਾ। ਅਰਦਾਸ ਕਰਾਂਗਾ ਕਿ ਤੁਸੀਂ ਇਹ ਚੰਗੀ ਗੱਲ ਖੱਟ ਲਓ ਕਿ ਨਹੀਂ, ਪ੍ਰਸ਼ਾਸਨ ਜ਼ਿੰਮੇਵਾਰੀ ਕਿਤੇ ਨਾ ਕਿਤੇ ਨਿਭਾਉਂਦਾ ਨਜ਼ਰ ਆਵੇ। ਦੂਜੀ ਗੱਲ ਤੁਸੀਂ ਇਹ ਚੰਗੀ ਕਰ ਦਿੱਤੀ ਕਿ ਮੀਟਿੰਗਾਂ ਦਾ ਪੱਲਾ ਨਹੀਂ ਛੱਡਿਆ। ਅਸੀਂ ਤੁਹਾਨੂੰ ਗੁੱਸਾ ਵੀ ਪੂਰਾ ਵਿਖਾਇਆ, ਦਾਬੇ ਵੀ ਮਾਰ ਰਹੇ ਹਾਂ, ਪਰ ਤੁਸੀਂ ਉਹਨਾਂ ਦੀ ਗੱਲ ਧਿਆਨ 'ਚ ਸਾਰੀਆਂ ਚੀਜ਼ਾਂ ਨੂੰ ਰੱਖਦਿਆਂ ਇਕੱਤਰਤਾਵਾਂ ਕੀਤੀਆਂ ਨੇ। ਕੱਲ ਇੱਕ ਗੱਲ ਜਿਹੜੀ ਪ੍ਰਸ਼ਾਸਨ ਵੱਲੋਂ ਗੁਰਪ੍ਰੀਤ ਸਿੰਘ ਜੀ ਖਹਿਰਾ ਜਿਹੜੇ ਡੀਸੀ ਨੇ ਅੰਮ੍ਰਿਤਸਰ ਸਾਹਿਬ ਦੇ, ਔਰ ਭੰਡਾਲ ਸਾਹਿਬ ਹਰਪਾਲ ਸਿੰਘ ਹੋਣੀ, ਸਾਰੇ ਹਰਜੀਤ ਸਿੰਘ ਹੋਣੀ, ਇਹਨਾਂ ਸਾਰਿਆਂ ਨੇ ਇੱਕ ਗੱਲ ਸਾਨੂੰ ਭਰੋਸਾ ਦਿਵਾਇਆ ਕਿ ਜਿਹੜੀ ਸਰਾਂ ਹੈ ਉਹ ਢੱਠਣ ਨਹੀਂ ਦੇਵਾਂਗੇ। ਜਿਹੜੀ ਚੀਜ਼ ਸਿੱਖਾਂ ਦੀ ਵਿਰਾਸਤ ਬਣ ਚੁੱਕੀ ਉਹਨੂੰ ਢਹਿਣ ਨਹੀਂ ਦੇਵਾਂਗੇ। ਨਿਕਲੀ ਹੋਈ ਵਿਰਾਸਤ ਨੂੰ ਅਸੀਂ ਪੂਰਨ ਨਹੀਂ ਦੇਵਾਂਗੇ।
ਇਹ ਦੋ ਗੱਲਾਂ ਹੋਈਆਂ ਨੇ ਜਿਹੜੀਆਂ ਸਾਹਮਣੇ ਆਈਆਂ ਨੇ, ਪਰ ਅਸੀਂ ਕੱਲੇ ਬਿਆਨਾਂ ਤੇ ਭਰੋਸਾ ਨਹੀਂ ਕਰਾਂਗੇ। ਜੇ ਪੁਲਿਸ ਕੱਲੇ ਬਿਆਨਾਂ ਨੂੰ ਮੰਨਦੀ ਨਹੀਂ, ਉਹ ਕਹਿੰਦੇ ਵਿਦ ਪ੍ਰੂਫ ਗੱਲ ਕਰੋ, ਐਪਲੀਕੇਸ਼ਨ ਦਿਓ, ਸਾਈਨ ਕਰੋ ਆਪਣੇ ਪੂਰੇ, ਜਿੰਨੇ ਤੁਹਾਡੇ ਸਬੂਤ ਨੇ ਨਾਲ ਨੱਥੀ ਕਰੋ, ਤੇ ਫਿਰ ਅਸੀਂ ਬਿਨਾਂ ਸਬੂਤਾਂ ਤੋਂ ਵੀ ਕਿਵੇਂ ਬਿਆਨਾਂ ਨੂੰ ਮੰਨ ਲਵਾਂਗੇ। ਜਿੱਥੇ ਤੁਸੀਂ ਸਾਨੂੰ ਭਰੋਸਾ ਦਵਾਇਆ ਹੈ, ਉੱਥੇ ਅਗਲੀ ਗੱਲ ਜਿਹੜੀ ਕਮੇਟੀ ਬਣਨੀ ਹੈ, ਤੁਹਾਡੇ ਨੁਮਾਇੰਦੇ ਪਾਏ ਜਾਣ, ਉਸ ਜਗ੍ਹਾ ਨੂੰ ਕਿੰਨੀ ਜਗ੍ਹਾ 'ਚ ਰੱਖਿਆ ਜਾਣਾ ਹੈ, ਉਹਨੂੰ ਸਾਫ਼ ਸੁਥਰਾ ਕਿੰਨੇ ਕਰਾਉਣਾ ਹੈ, ਖੋਲਣਾ ਕਿਵੇਂ ਹੈ, ਰਾਹ ਕਿਹੜਾ ਦਿੱਤਾ ਜਾਣਾ ਹੈ, ਇਹ ਸਾਰੀਆਂ ਗੱਲਾਂ ਧਿਆਨ 'ਚ ਰੱਖ ਕੇ ਲਿਖ ਕੇ ਉਹਦੀ ਪ੍ਰੈਸ ਕਾਨਫਰੰਸ ਕੀਤੀ ਜਾਏ, ਤੁਹਾਡੇ ਵੱਲੋਂ ਵੀ ਤੇ ਸਾਡੇ ਵੱਲੋਂ ਵੀ। ਔਰ ਜੇ ਅੱਜ ਤੱਕ ਇਹ ਨਾ ਹੋਈ ਤੇ ਅਗਲੀ ਗੱਲ ਵੀ ਸੁਣ ਲਿਓ, ਸਾਰੇ ਪੁਲਿਸ ਪ੍ਰਸ਼ਾਸਨ ਨੂੰ, ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਹੈ, ਅੱਜ ਤੱਕ ਤਾਂ ਮੈਂ ਇਹਨਾਂ ਨੌਜਵਾਨਾਂ ਦੇ ਹੱਥ ਬੰਨ ਕੇ ਰੱਖੇ ਆ। ਧੜਾ ਧੜ ਫੋਨ ਆ ਰਹੇ ਨੇ, ਮਿਲ ਰਹੇ ਨੇ ਸੰਗਤਾਂ ਆਇਆ ਕਿ ਭਾਈ ਸਾਹਿਬ ਇੱਕ ਹੁਕਮ ਦੇ ਦਿਓ, ਆਹ ਤੇ ਇਹਨਾਂ ਦੇ ਟਿੱਪਰ ਟੁੱਪਰ ਉੱਥੋਂ ਸਭ ਚੱਕ ਦਿਆਂਗੇ, ਫਿਕਰ ਨਾ ਕਰੋ। ਅਸੀਂ ਇਹਨਾਂ ਨਜਾਇਜ਼ ਸਾਰੀਆਂ ਨੂੰ ਰੋਕਣਾ ਜਾਣਦੇ, ਰੋਕ ਦਿਆਂਗੇ, ਪਰ ਜੇ ਅੱਜ ਰਾਤ ਤੱਕ ਇਹਦਾ ਹੱਲ ਨਾ ਨਿਕਲਿਆ ਤੇ ਜਿਹੜਾ ਕੱਲ ਦੇ 11 ਸਿੰਘ ਜਾਣੇ ਨੇ, ਉਹ ਫਿਰ ਸਾਡੇ ਕਹਿਣੇ ਤੋਂ ਬਾਹਰ ਹੋਣਗੇ। ਉਹਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ, ਪੰਜਾਬ ਸਰਕਾਰ, ਤੇ ਗੱਲ ਨਾ ਸੁਣਨ ਵਾਲੇ ਇਹ ਬਾਬੇ ਭੂਰੀ ਵਾਲੇ ਕਸ਼ਮੀਰ ਸਿੰਘ ਤੇ ਸ਼੍ਰੋਮਣੀ ਕਮੇਟੀ ਤੇ ਕਾਬਜ਼ ਧਿਰ ਹੋਵੇਗੀ। ਸਿੱਖ ਸਦਭਾਵਨਾ ਦਲ, ਸਿੱਖ ਜਥੇਬੰਦੀਆਂ ਜਾਂ ਕੋਈ ਹੋਰ ਨਹੀਂ ਹੋਵੇਗਾ। ਇਸ ਲਈ ਅੱਜ ਰਾਤ ਤੱਕ ਉਹਦਾ ਖੁਲਾਸਾ ਕਰ ਦਿੱਤਾ ਜਾਏ, ਨਹੀਂ ਤਾਂ ਕੱਲ ਦਾ ਜਿਹੜਾ ਇਹ ਅਗਲਾ ਪ੍ਰੋਗਰਾਮ ਹੋਣਾ ਹੈ, ਉੱਥੇ ਜਾਣ ਤੋਂ ਤੁਹਾਡੇ ਤੋਂ ਰੋਕਿਆ ਨਹੀਂ ਜਾਣਾ, ਨਾ ਮੇਰੇ ਤੋਂ ਰੋਕਿਆ ਜਾਣਾ ਹੈ। ਐਸਾ ਨਾ ਹੋਵੇ ਕਿ ਉਹ ਵੱਡਾ ਖਲਾਰਾ ਪੈ ਜਾਵੇ, ਉਹਦੇ 'ਚ ਭਰਾ ਮਾਰੂ ਜੰਗ ਹੋਵੇ, ਜਾਂ ਪੱਗਾਂ ਲੱਥਣ, ਜਾਂ ਕੋਈ ਖੂਨ ਡੁੱਲੇ। ਅਸੀਂ ਇਦਾਂ ਦੀ ਗੱਲ ਕੋਈ ਨਹੀਂ ਚਾਹੁੰਦੇ। ਅੱਜ ਚੌਥੇ ਦਿਨ ਵੀ ਅਸੀਂ ਵਾਹਿਗੁਰੂ ਦਾ ਜਪ ਕਰਕੇ ਆਏ ਆ। ਜਿੱਥੇ ਤੁਸੀਂ ਰੋਕਿਆ ਸੀ ਉੱਥੇ ਰੁਕ ਗਏ, ਅੱਗੇ ਨਹੀਂ ਜਾਵਾਂਗੇ। ਬੇਸ਼ੱਕ ਪੁਲਿਸ ਜਾ ਕੇ ਘਰੇ ਸੌਂ ਜੇ, ਇੱਥੇ ਲਾਉਣ ਦੀ ਲੋੜ ਨਹੀਂ ਹੈ, ਵਿਸ਼ਵਾਸ ਦਿਵਾਉਣਾ ਹੈ। ਸਾਡਾ ਬੰਦਾ ਉੱਥੇ ਜਾ ਕੇ ਖਰਾਬੀ ਨਹੀਂ ਕਰੂਗਾ, ਪਰ ਕੱਲ ਤੋਂ ਬਾਅਦ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਹੋਊਗੀ। ਕੱਲ ਤੋਂ ਬਾਅਦ ਜ਼ਿੰਮੇਵਾਰੀ ਅੰਮ੍ਰਿਤਸਰ ਸਾਹਿਬ ਪੁਲਿਸ ਦੀ ਤੇ ਪੰਜਾਬ ਸਰਕਾਰ ਦੀ ਹੋਵੇਗੀ, ਕਿਉਂਕਿ ਅਸੀਂ ਹਰ ਥਾਂ ਤੇ ਤੁਹਾਡੇ ਨਾਲ ਐਗਰੀ ਹੁੰਦੇ ਆਏ ਆ। ਅੱਜ ਵੀ ਹੋ ਰਹੇ ਆ ਚੌਥੇ ਦਿਨ, ਪਰ ਉਦੋਂ ਅੱਗੇ ਸੰਗਤ ਦਾ ਇੰਨਾ ਕੁ ਜ਼ਿਆਦਾ ਸਾਡੇ ਤੇ ਦਬਾਅ ਹੈ, ਕਿਉਂਕਿ ਉਹ ਜਦੋਂ ਵੇਖਦੇ ਨੇ ਕਿਵੇਂ ਦਿਨੇ ਰਾਤ ਇੱਕ ਕਰਕੇ ਜੰਗੀ ਪੱਧਰ ਤੇ ਉੱਥੇ ਕੀ ਹੋ ਰਿਹਾ ਹੈ, ਜਾਂ ਤਾਂ ਉੱਥੇ ਟੀਨਾ ਲਾਂਭੇ ਹੋਣ ਤੇ ਵਿਖਾ ਵੀ ਦਿੱਤਾ ਜਾਂਦਾ ਵੀ ਭਾਈ ਕੁਛ ਨਹੀਂ ਹੋ ਰਿਹਾ, ਉਹ ਲੈਂਟਰ ਪਾ ਰਹੇ ਨੇ ਜਾਂ ਕੋਈ ਕੰਧ ਕਰ ਰਹੇ ਨੇ, ਜਗ੍ਹਾ ਛੱਡੀ ਹੋਈ ਹੈ, ਜਗ੍ਹਾ ਵੀ ਨਹੀਂ ਵਿਖਾਉਣੀ, ਉਹ ਥੱਲੇ ਜਾਣ ਦੇ ਵੀ ਨਹੀਂ ਦੇਣਾ। ਜੇ ਕੋਈ ਜਾ ਕੇ ਪੁੱਛਦਾ ਵੀ ਇੱਥੇ ਕੋਈ ਜਗ੍ਹਾ ਸੀ, ਕਹਿੰਦੇ ਤੂੰ ਕੀ ਲੈਣਾ ਇੱਥੋਂ, ਚੱਲਦਾ ਬਣ। ਸ਼ਬਦ ਬੜੇ ਮਾੜੇ ਨੇ ਜਿਹੜੇ ਉਹ ਵਰਤਦੇ ਨੇ, ਮੈਂ ਨਹੀਂ ਵਰਤ ਰਿਹਾ। ਪਰ ਚਲੋ, ਜਿੱਥੇ ਪ੍ਰਸ਼ਾਸਨ ਨੇ ਦੋ ਗੱਲਾਂ ਅੱਜ ਤੱਕ ਹੁਣ ਤੱਕ ਵਧੀਆ ਕਰ ਦਿੱਤੀਆਂ ਨੇ, ਆ ਜਿਹੜੀਆਂ ਦੋ ਬਚੀਆਂ ਨੇ, ਉਹ ਵੀ ਹੋਕਾ ਦਿੰਦੇ ਆ ਕਿ ਉਹਨਾਂ ਨੂੰ ਅੱਜ ਦੇ ਵਿੱਚ ਨਿਬੇੜ ਦਿੱਤਾ ਜਾਏ, ਤਾਂ ਜੋ ਇਹ ਆ ਜਿਹੜੀ ਤੁਹਾਡੀ ਵੀ ਦਿਨੇ ਰਾਤ ਦੀ ਤਲਖੀ ਹੈ ਤੇ ਦੂਜਿਆਂ ਦੀ ਵੀ ਹੈ, ਇਹਨੂੰ ਇੱਥੇ ਖਤਮ ਕੀਤਾ ਜਾਏ। ਸਤਿਗੁਰ ਕਿਰਪਾ ਕਰੇ। ਮੈਂ ਪ੍ਰਸ਼ਾਸਨ ਦਾ ਧੰਨਵਾਦ ਨਹੀਂ ਕਰਾਂਗਾ, ਉਹਨਾਂ ਅਫਸਰਾਂ ਦਾ ਅਰਦਾਸ ਕਰਾਂਗਾ ਕਿ ਜਿਹੜੇ ਹੁਣ ਤੱਕ ਚੰਗੇ ਤਰੀਕੇ ਨਾਲ ਸਾਰਿਆਂ ਨੂੰ ਬਿਠਾ ਕੇ ਗੱਲ ਕਰ ਰਹੇ ਨੇ ਵੀ ਇਹਨੂੰ ਕਿਸੇ ਤਰ੍ਹਾਂ ਇਹਦੇ ਹੱਲ ਕੱਢ ਲੈ ਜਾਣ। ਦੋ ਹੱਲ ਜਿਹੜੇ ਸੀ ਤੁਸੀਂ ਬਹੁਤ ਵਧੀਆ ਕੱਢ ਦਿੱਤੇ ਨੇ, ਆਸ ਕਰਦਾ ਕਿ ਅਗਲੇ ਵੀ ਕੱਢੋਗੇ। ਜਿਹੜੀ ਸੰਗਤ ਸਾਥ ਦੇ ਰਹੀ ਹੈ, ਮੈਂ ਉਹਨਾਂ ਦਾ ਵੀ ਰਿਣੀ ਆ ਜਿਨ੍ਹਾਂ ਦੇ ਕੋਲੇ ਇੰਨਾ ਕੁ ਜਜ਼ਬਾ ਹੈ ਕਿ ਅੱਖ ਦੇ ਫੁੰਕਾਰੇ ਤੋਂ ਪਹਿਲਾਂ ਇਹਨਾਂ ਨੂੰ ਗੋਲ ਕਰਨਾ ਆਉਂਦਾ ਹੈ। ਇਹੋ ਜਿਹੇ ਜੋਧੇ ਵੀ ਹੈਗੇ, ਪਰ ਉਹ ਜਿੱਥੇ ਬਿਠਾ ਦਿੰਦੇ ਉੱਥੇ ਹੀ ਬੈਠਦੇ, ਉਹ ਟਸ ਤੋਂ ਮਸ ਨਹੀਂ ਹੁੰਦੇ। ਹੁਣ ਉਹ ਜਿਹੜੇ ਪਹਿਲੇ ਦਿਨ ਦੋ ਸਾਡੇ ਬੰਦੇ ਉੱਥੇ ਵੇਖਣ ਗਏ, ਉਹਨਾਂ ਫੜ ਲਿਆ ਜੀ ਸਾਡੀ ਵਰਦੀ ਵੇਖ ਕੇ, ਔਰ ਉਹ ਇੰਨੇ ਤਗੜੇ ਸੀ ਕਿ ਦੋ ਬੰਦਿਆਂ ਨੂੰ ਚੁੱਕ ਕੇ ਇਕੱਲਾ ਹੀ ਭੱਜ ਜਾਂਦਾ। ਇੱਕ ਉਹਦੇ ਚਪੇੜਾਂ ਮਾਰੀਆਂ, ਉਹਦੇ ਸਰੀਏ ਮਾਰੇ। ਉਹਨੇ ਕਿਹਾ ਸੀ ਭਾਈ ਸਾਹਿਬ ਨੇ ਕਿਹਾ ਹੱਥ ਨਹੀਂ ਚੁੱਕਣਾ, ਉਹ ਕੁੱਟ ਖਾ ਕੇ ਆ ਗਿਆ ਨਾ ਮੰਤਾਂ ਤੋਂ, ਉਹਨੇ ਹੱਥ ਨਹੀਂ ਚੁੱਕਿਆ। ਜ਼ਬਰ ਦਾ ਮੁਕਾਬਲਾ ਸਬਰ ਨਾਲ ਕੀਤਾ ਹੈ, ਪਰ
ਹੁਣ ਇੰਨਾ ਸਬਰ ਵੀ ਨਹੀਂ ਅਸੀਂ ਰੱਖਾਂਗੇ ਵੀ ਕੱਲ ਨੂੰ ਜੇ ਅਸੀਂ ਉੱਥੇ ਪਹੁੰਚ ਜਾਂਦੇ ਆ ਤੇ ਉਹ ਸਾਡੇ ਅੱਗੇ ਸਾਨੂੰ ਉਹ ਡਾਂਗਾ ਫੇਰਨ ਤੇ ਅਸੀਂ ਅੱਗੇ ਪੈ ਕੇ ਖਾਵਾਂਗੇ। ਇਹ ਵੀ ਗੱਲ ਨਹੀਂ ਹੋਣੀ। ਸਦ ਭਾਵਨਾ ਉਹਨਾਂ ਚਿਰ ਹੀ ਹੁੰਦੀ ਹੈ ਜਿੰਨਾ ਚਿਰ ਜਬਰ ਵੀ ਸੋਚਦਾ ਹੈ ਕਿ ਮੈਂ ਧਿਆਨ ਰੱਖਣਾ ਹੈ। ਤੇ ਜੇ ਸਾਡੀ ਨਿਮਰਤਾ ਨੂੰ ਕੋਈ ਕਮਜ਼ੋਰੀ ਸਮਝ ਲੈਂਦਾ ਹੈ ਤੇ ਫਿਰ ਨਿਮਰਤਾ ਜਿਹੜੀ ਹੈ ਉਹ ਆਪਣਾ ਵੀਰ ਰਸ ਦਾ ਰੂਪ ਧਾਰਨ ਕਰ ਜਾਂਦੀ ਹੈ, ਜਿਹਨੂੰ ਕਹਿੰਦੀ ਹੈ ਜਬੇ ਬਾਣ ਲਾਗਿਓ ਤਬੇ ਰੋਸ ਜਾਗਿਓ। ਅਸੀਂ ਪਹਿਲਾਂ ਕਦੀ ਪਹਿਲ ਨਹੀਂ ਕਰਦੇ, ਨਾ ਕਰਾਂਗੇ। ਤੇ ਪੁਲਿਸ ਪ੍ਰਸ਼ਾਸਨ ਬੇਸ਼ੱਕ ਘਰ ਜਾ ਕੇ ਬੈਠ ਜੇ, ਇੱਥੇ ਸਾਡੇ ਪੁਲਿਸ ਲਾਉਣ ਦੀ ਤੁਹਾਨੂੰ ਲੋੜ ਨਹੀਂ, ਕਿਉਂਕਿ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਜਿੰਨਾ ਚਿਰ ਤੁਹਾਡੇ ਨਾਲ ਸਾਡੀ ਕਮਿਟਮੈਂਟ ਹੈ ਸਾਡਾ ਕੋਈ ਬੰਦਾ ਉੱਥੇ ਜਾ ਕੇ ਖਰਾਬੀ ਨਹੀਂ ਕਰੇਗਾ। ਜੇ ਕੋਈ ਕਰਦਾ ਹੈ ਤੇ ਉਹ ਆਪ ਜ਼ਿੰਮੇਵਾਰ ਹੋਵੇਗਾ, ਪਰ ਕੱਲ ਤੋਂ ਬਾਅਦ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਏਗੀ। ਉੱਥੇ ਫਿਰ ਸਿੱਖ ਸੰਗਤਾਂ ਕੀ ਕਰਦੀਆਂ ਨੇ? ਜ਼ਿੰਮੇਵਾਰ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਇਹ ਜ਼ਰੂਰ ਧਿਆਨ ਰੱਖਿਓ ਕਿ ਕੱਲ ਤੋਂ ਗੱਲ ਅੱਗੇ ਨਹੀਂ ਜਾਣੀ ਚਾਹੀਦੀ। ਅੱਜ ਰਾਤ ਤੱਕ ਨਿਬੜ ਜਾਏ ਤਾਂ ਕਿ ਹੋਣ ਵਾਲੇ ਵੱਡੇ ਖਲਾਅ ਤੋਂ ਬਚਿਆ ਜਾ ਸਕੇ, ਭਰਾ ਮਾਰੂ ਜੰਗ ਤੋਂ ਬਚਿਆ ਜਾ ਸਕੇ। ਇਹਨਾਂ ਮਹੰਤਾਂ ਨੂੰ ਵੀ ਕਹਿ ਦਿਓ ਈਗੋ ਛੱਡ ਦਿਓ, ਹੰਕਾਰ ਛੱਡ ਦਿਓ। ਇਹ ਗੱਲ ਚੰਗੀ ਨਹੀਂ। ਜਦ ਮਾੜੀ ਗੱਲ ਨੂੰ ਮਾੜੀ ਕਹਿ ਦਿਓ, ਚੰਗੀ ਨੂੰ ਚੰਗੀ ਕਹਿ ਦਿਓ। ਸਮੁੱਚੀਆਂ ਸੰਗਤਾਂ ਨੂੰ ਜਿਉ ਆਇਆ ਆਖਦਾ। ਜਿਹੜੇ ਸਿੰਘ ਅੱਜ ਵੀ ਜਥੇ ਚ ਆਏ ਨੇ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ 3 ਜਥਿਆਂ ਦੇ ਸਿੰਘ ਇੱਥੇ ਬੈਠੇ ਨੇ, ਤੁਸੀਂ ਵੀ ਉਸੇ ਤਰ੍ਹਾਂ ਹੀ ਬੈਠਣਾ ਹੈ। ਸਮੇਂ ਨਾਲ ਬਾਣੀ ਵੀ ਪੜੋ, ਸਮੇਂ ਨਾਲ ਸਿਮਰਨ ਵੀ ਕਰੋ, ਸਮੇਂ ਨਾਲ ਗੁਰਮਤਿ ਵੀ ਕਰੋ, ਸਮੇਂ ਨਾਲ ਤੁਸੀਂ ਇਸ਼ਨਾਨ ਪਾਣੀ ਵੀ ਕਰੋ। ਪਰ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋਵੇ ਜਿੱਥੇ ਪ੍ਰਸ਼ਾਸਨ ਸਾਨੂੰ ਆ ਕੇ ਆਖੇ ਤੁਹਾਡੀ ਕਮਿਟਮੈਂਟ ਐਸੀ, ਆ ਬੰਦੇ ਇੱਥੋਂ ਜਾ ਕੇ ਤੁਹਾਡੇ ਮਿਲੇ ਨੇ। ਇਹ ਧਿਆਨ ਹੁਣ ਤੱਕ ਤੁਸੀਂ ਦਿੱਤਾ ਹੈ। ਆਸ ਕਰਦੇ ਯੋਧੇ, ਇਹ ਸੂਰਬੀਰ, ਇਹ ਗੁਰੂ ਕੀਆਂ ਲਾਡਲੀਆਂ ਫੌਜਾਂ ਅੱਗੇ ਵੀ ਐਵੇਂ ਸਾਥ ਦੇਣਗੀਆਂ। ਔਰ ਇਹ ਵੀ ਆਸ ਕਰਦਾ ਹੈ ਕਿ ਆਪਣੀ ਸਿਆਣਪ ਦੇ ਨਾਲ ਇਹ ਸਾਡੇ ਪ੍ਰਸ਼ਾਸਨ ਵੱਲੋਂ ਜਿੱਦਾਂ ਹੁਣ 2 ਰਾਹ ਕੱਢ ਲਏ ਨੇ, ਜਿਹੜੇ ਬਾਕੀ ਬਚੇ ਨੇ ਉਹ ਵੀ ਕੱਢ ਲਓ। ਇਹ ਸਾਰਾ ਪੰਥ ਤੁਹਾਡੇ ਨਾਲ ਵੀ ਖੜੇਗਾ, ਤੁਹਾਡੀ ਅਰਦਾਸ ਵੀ ਕਰੇਗਾ। ਔਰ ਉਹਨਾਂ ਮਹੰਤਾਂ ਨੂੰ ਵੀ ਦੱਸ ਦਿਓ ਕਿ ਮਹੰਤ ਨਾ ਬਣੋ। ਜਿੰਨੇ ਦਿਨ ਕੰਮ ਰੋਕ ਕੇ ਤੁਹਾਡੀ ਲੇਟ ਹੋਊਗੀ, ਅਸੀਂ ਨਾਲ ਲੱਗ ਕੇ ਲੇਟ ਕਢਾਉਣ ਨੂੰ ਵੀ ਤਿਆਰ ਹੋਵਾਂਗੇ। ਸਾਰਿਆਂ ਨੂੰ ਜਿਉ ਆਇਆ ਆਖਦਾ। ਸਿੱਖ ਜਥੇਬੰਦੀਆਂ ਦਾ ਸਤਿਕਾਰ, ਕਮੇਟੀਆਂ ਦਾ, ਸਿੰਘ ਸਭਾਵਾਂ ਦਾ, ਹੋਰ ਸਿੱਖ ਸਦਭਾਵਨਾ ਦਲ ਦੇ ਸੇਵਾਦਾਰਾਂ ਦਾ, ਸਮੁੱਚੀਆਂ ਸੰਗਤਾਂ ਦਾ, ਸਮੁੱਚੇ ਪੱਤਰਕਾਰ ਵੀਰਾਂ, ਉਹਨਾਂ ਮੀਡੀਆ ਦਾ ਜਿਨ੍ਹਾਂ ਨੇ ਸਾਡੀ ਗੱਲ ਨੂੰ ਪੂਰੇ ਵਿਸ਼ਵ ਭਰ ਦੇ ਸਿੱਖਾਂ ਤੱਕ ਜਾਂ ਹਰ ਬੰਦੇ ਤੱਕ ਸਾਡੀ ਗੱਲ ਨੂੰ ਪਹੁੰਚਾਇਆ ਹੈ। ਔਰ ਹਰ ਆਉਣ ਜਾਣ ਵਾਲਾ ਬੱਚਾ ਇਹਨਾਂ ਵਿਰਾਸਤਾਂ ਦੀਆਂ ਤਸਵੀਰਾਂ ਨੂੰ ਵੇਖ ਕੇ ਬਹੁਤ ਜ਼ਿਆਦਾ ਪਿਰਾਗੀ ਹੁੰਦੇ ਸਨ। ਆ ਕਿਹੋ ਜਿਹੀਆਂ ਚੀਜ਼ਾਂ ਨਿਕਲੀਆਂ। ਆ ਤੁਹਾਡੇ ਸਾਹਮਣੇ ਆ ਮੁਸਲਮਾਨ ਭਰਾਵਾਂ ਦੀ ਆ ਖੜੀ ਹੈ ਮਸਜਿਦ ਮੁਹੰਮਦ ਸ਼ਾਹ ਦੇ ਨਾਂ ਤੇ। ਔਰ ਇਹ ਸੇਵਾ ਕਿੰਨੇ ਕਰਾਈ? ਸ਼ੇਰੇ ਪੰਜਾਬ ਨੇ। ਪੁਰਾਣੀ ਕਿੰਨੀ ਹੈ? 200 ਸਾਲ। ਇਹ ਬਚੀ ਕਿਉਂ ਹੈ? ਕਿਉਂਕਿ ਇਹਨਾਂ ਵਿੱਚ ਕਾਰ ਸੇਵਾ ਵਾਲੇ ਬਾਬੇ ਹੈ ਨਹੀਂ। ਇਹ ਬਚੀ ਕਿਉਂ ਹੈ? ਕਿਉਂਕਿ ਇਹਨਾਂ ਦੇ ਵਿੱਚ ਚੋਣ ਸਿਸਟਮ ਹੈ ਨਹੀਂ। ਇਹ ਬਚੀ ਕਿਉਂ ਹੈ? ਕਿਉਂਕਿ ਇਹਨਾਂ ਵਿੱਚ ਸਿਆਸੀ ਲੋਕ ਹੈ ਨਹੀਂ ਆ, ਇਹ ਧਾਰਮਿਕ ਨੇ। ਤੇ ਮੈਂ ਬੇਨਤੀ ਕਰਦਾ ਆਓ ਆਪਣੇ ਉਸ ਅਦਾਰੇ ਨੂੰ ਜਿੱਥੇ ਧਾਰਮਿਕ ਬਣਾਉਣਾ ਹੈ ਉੱਥੇ ਸਰਕਾਰ ਸੇਵਾ ਤੇ ਮਾਰ ਸੇਵਾ ਹੋਣ ਵਾਲੀ ਕਾਰ ਸੇਵਾ ਤੋਂ ਸੁਚੇਤ ਵੀ ਹੋਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।